ਦਿਸ਼ਾ ਪਰਿਵਰਤਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਤੋਂ ਅਸੀਂ ਤੁਹਾਡੇ ਨਾਲ ਪਰਮੇਸ਼ਰ ਦੀ ਕਿਰਪਾ ਦੇ ਉੱਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਭਨਾਂ ਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਆਏਗਾ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਪੌਲੁਸ ਦੇ ਮਨ ਫਿਰਾਵ ਬਾਰੇ ਗੌਰ ਕਰ ਰਹੇ ਸੀ। ਅਸੀਂ ਵੇਖ ਰਹੇ ਸੀ ਕਿ ਕਿਵੇਂ ਪਰਮੇਸ਼ਰ ਦੀ ਕਿਰਪਾ ਉਸ ਦੇ ਉੱਪਰ ਹੋਈ ਅਤੇ ਉਸ ਦਾ ਜੀਵਨ ਬਦਲ ਗਿਆ। ਕਲੀਸਿਆ ਨੂੰ ਸਤਾਉਣ ਵਾਲਾ ਨਵੀਆਂ ਕਲੀਸਿਆ ਨੂੰ ਸਥਾਪਿਤ ਕਰਨ ਵਾਲਾ ਬਣ ਗਿਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੌਲੁਸ ਦੇ ਮਨ ਫਿਰਾਵ ਦੇ ਬਾਰੇ ਅਲੱਗ-ਅਲੱਗ ਵਿਆਖਿਆਵਾਂ ਨੂੰ ਵੇਖਾਂਗੇ। ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਕਿਰਪਾ ਦੇ ਉੱਤੇ ਇਸ ਅਧਿਐਨ ਦੀ ਸ਼ੁਰੂਆਤ ਕਰਦੇ ਹਾਂ। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। उसदे वादे सारे पूरे हो रहे ने, तैयार हो जा। उसदे वादे सारे पूरे हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। लड़ाइयां अकाल ते भूचाल नाल कई बीमारियां नाल नाश हो रहे ने। लड़ाइयां अकाल ते भूचाल नाल कई बीमारियां नाल नाश हो रहे ने। राजे राजा दे विरुद्ध खड़े हो रहे ने, तैयार हो जा। राजे राजा दे विरुद्ध खड़े हो रहे ने, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। पाप दे कारण प्रीत ठंडी पै जाएगी, कई सेवक भी नह जा तो फिर जावणगे। पाप दे कारण प्रीत ठंडी पै जाएगी, कई सेवक भी नह जा तो फिर जावणगे। ए यीशु दे ने ओण दियां निशानियां, तैयार हो जा। ए यीशु दे ने ओण दियां निशानियां, तैयार हो जा। पवित्रता विच सिद्ध हो के रहो, प्यारे यीशु दे आण विच देर नहीं। पवित्रता विच सिद्ध हो के रहो, प्यारे यीशु दे आण विच देर नहीं। बदला दे राही यीशु आउण वाला है, जो पाखन ओना नू ले जावेगा। बदला
ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ, 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 ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਰ ਜੌਨ ਨਿਊਟਨ ਕੋਈ ਪੱਧਰ ਪੁਰਸ਼ ਨਹੀਂ ਸੀ। ਉਹ ਤਾਂ ਇੱਕ ਕ੍ਰੋਧਿਤ ਪਾਪੀ ਸੀ ਜੋ ਇੱਕ ਦੁਸ਼ਟ ਜੀਵਨ ਜੀ ਰਿਹਾ ਸੀ। ਉਸ ਨੇ ਪਰਮੇਸ਼ਰ ਦੀ ਨਿੰਦਿਆ ਕੀਤੀ ਸੀ। ਉਹ ਤਾਂ ਇਸ ਤਰ੍ਹਾਂ ਕਰਨ ਲਈ ਨਵੇਂ-ਨਵੇਂ ਸ਼ਬਦਾਂ ਬਾਰੇ ਸੋਚਦਾ ਹੁੰਦਾ ਸੀ। ਉਹ ਤਾਂ ਹਰ ਪਲ ਲੋਕਾਂ ਨੂੰ ਭ੍ਰਿਸ਼ਟ ਕਰਨ ਅਤੇ ਪਰਮੇਸ਼ਰ ਤੋਂ ਦੂਰ ਲਿਜਾਣ ਦੀ ਹੀ ਸੋਚਦਾ ਹੁੰਦਾ ਸੀ। ਪਰ ਉਸ ਦੇ ਜੀਵਨ ਵਿੱਚ ਇਹੋ ਜਿਹੇ ਹਾਲਾਤਾਂ ਤੋਂ ਬਾਅਦ ਵੀ ਉਸ ਨੇ ਕਿਰਪਾ ਦੇ ਇਸ ਪਲ ਨੂੰ ਪਾ ਲਿਆ ਸੀ, ਜਿਸ ਤਰ੍ਹਾਂ ਕਿ ਆਪ ਵਿੱਚ ਬਹੁਤ ਸਾਰੇ ਜਾਣਦੇ ਹਨ ਕਿ ਉਹ ਗੁਲਾਮ ਦਾ ਵਪਾਰ ਦਾ ਕੰਮ ਕਰਦਾ ਹੁੰਦਾ ਸੀ। ਮਾਰਚ 21 1748 ਨੂੰ ਜਦੋਂ ਉਹ ਸਮੁੰਦਰੀ ਯਾਤਰਾ ਕਰ ਰਿਹਾ ਸੀ, ਤਦ ਉਸ ਗ੍ਰੇਸ ਹੋਰਡ ਨਾਂ ਦੀ ਸਮੁੰਦਰੀ ਜਹਾਜ਼ ਵੱਡੇ ਸਮੁੰਦਰੀ ਤੂਫਾਨ ਵਿੱਚ ਘਿਰ ਗਿਆ ਸੀ, ਜਿਸ ਨੇ ਉਸ ਦੇ ਇੱਕ ਨਜ਼ਦੀਕੀ ਦੋਸਤ ਦੀ ਜਾਨ ਲੈ ਲਈ ਸੀ। ਇਹ ਜਦੋਂ ਜਾਹਿਦ 9 ਘੰਟੇ ਜਾਰੀ ਰਹੀ। ਇਸ ਸਮੁੰਦਰੀ ਤੂਫਾਨ ਵਿੱਚ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਲਈ ਜਾਰੀ ਜਦੋਂ ਜਾਹਿਦ ਨਾਲ ਉਹ ਆਪਣੇ ਅਭਿਆਸ ਦੀਆਂ ਸੋਚਾਂ ਅਤੇ ਮਸੀਹ ਬਾਰੇ ਦੀ ਜਦੋਂ ਜਾਹਿਦ ਕਰ ਰਿਹਾ ਸੀ, ਜਿਸ ਬਾਰੇ ਉਸ ਨੇ ਛੋਟੇ ਹੁੰਦਿਆਂ ਸੁਣਿਆ ਸੀ, ਜੋ ਉਸ ਦੀ ਪਰਮੇਸ਼ਰ ਪ੍ਰਮਤ ਸਾ ਉਸ ਨੇ ਦੱਸਿਆ ਸੀ, ਕਿਉਂਕਿ ਉਸ ਨੇ ਮਸੀਹ ਦੇ ਨਾਮ ਦਾ ਤਿਰਸਕਾਰ ਇੱਕ ਇਹੋ ਜਿਹੇ ਸਮੇਂ ਕੀਤਾ ਸੀ ਜਦੋਂ ਉਹ ਸੱਚਮੁੱਚ ਵਿਸ਼ਵਾਸ ਕਰਨਾ ਚਾਹੁੰਦਾ ਸੀ। ਤਦ ਉਹ ਆਪਣੇ ਖੁਦ ਦੇ ਦਿਲ ਵਿੱਚ ਇਸ ਬਾਰੇ ਪੂਰੀ ਤਰ੍ਹਾਂ ਲਾਇਕ ਕੀਤਾ ਗਿਆ ਸੀ ਕਿ ਉਹ ਇੱਕ ਮਹਾਪਾਪੀ ਸੀ ਅਤੇ ਉਸ ਨੇ ਇਹੋ ਜਿਹੇ ਕੰਮ ਕੀਤੇ ਸਨ ਜਿਸ ਕਰਕੇ ਉਹ ਮੁਕਤੀ ਪਾਉਣ ਦੇ ਯੋਗ ਨਹੀਂ ਸੀ। ਅਗਲੇ ਦਿਨ ਜਦੋਂ ਸਮੁੰਦਰੀ ਤੂਫਾਨ ਮੱਠਾ ਪੈ ਗਿਆ ਸੀ, ਤਦ ਉਸ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਇਹ ਉਹਨਾਂ ਉੱਤੇ ਪਰਮੇਸ਼ਰ ਦੀ ਕਿਰਪਾ ਹੀ ਹੋਵੇ। ਜੋ ਕੁਝ ਉਸ ਤੂਫਾਨ ਵਿੱਚ ਬਚ ਗਿਆ ਸੀ, ਉਸ ਬਾਈਬਲ ਦਾ ਇੱਕ ਨਵਾਂ ਨੇਮ ਜੋ ਕਿਸੇ ਨਾ ਕਿਸੇ ਤਰ੍ਹਾਂ ਜੌਨ ਨਿਊਟਨ ਦੇ ਹੱਥ ਲੱਗਾ ਅਤੇ ਉਸ ਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਜਦੋਂ ਆਪ ਕਿਸੇ ਤੂਫਾਨ ਵਿੱਚ ਗੁਜ਼ਰ ਰਹੇ ਹੁੰਦੇ ਹੋ, ਤਦ ਉਹ ਸਮਾਂ ਬਾਕੀ ਸਮਿਆਂ ਨਾਲੋਂ ਜ਼ਿਆਦਾ ਢੁਕਵਾਂ ਹੁੰਦਾ ਹੈ। ਕਿ ਆਪ ਬਾਈਬਲ ਪੜ੍ਹੋ। ਤੂਫਾਨ ਆਪ ਨੂੰ ਉਹਨਾਂ ਕੰਮਾਂ ਲਈ ਭਾਵੁਕ ਬਣਾਉਣ ਦਾ ਤਰੀਕਾ ਰੱਖਦੇ ਹਨ ਜਿਨ੍ਹਾਂ ਕੰਮਾਂ ਦਾ ਆਪ ਨੂੰ ਉਸ ਤੋਂ ਪਹਿਲਾਂ ਕਦੇ ਕੋਈ ਖਿਆਲ ਵੀ ਨਾ ਹੋਵੇ। ਅਤੇ ਉਸ ਨੇ ਲੂਕਾ ਦੀ ਅੰਜੀਲ 11 ਅਧਿਆਏ 19 ਐਤ ਨੂੰ ਪੜ੍ਹਨਾ ਆਰੰਭ ਕੀਤਾ ਅਤੇ ਇਸ ਐਤ ਦੇ ਵਚਨ ਆਖਦੇ ਹਨ ਕਿ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਨਿਊਟਨ ਇਹਨਾਂ ਵਚਨਾਂ ਨੂੰ ਬਾਰ-ਬਾਰ ਪੜ੍ਹਦਾ ਸੀ ਅਤੇ ਉਸ ਨੇ ਸੋਚਿਆ ਸੀ ਕਿ ਜੇਕਰ ਇਹ ਬਾਈਬਲ ਬਾਣੀ ਆਖਦੀ ਹੈ ਤਦ ਸ਼ਾਇਦ ਮੈਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਤੇ ਉਸ ਨੇ ਕੁਝ ਅਗਲੇ ਘੰਟੇ ਪ੍ਰਾਰਥਨਾ ਕਰਦੇ ਅਤੇ ਬਾਈਬਲ ਪੜ੍ਹਦਿਆਂ ਅਤੇ ਪਰਮੇਸ਼ਰ ਕੋਲੋਂ ਪਵਿੱਤਰ ਆਤਮਾ ਦਾ ਦਾਨ ਮੰਗਦਿਆਂ ਬਿਤਾਏ ਸਨ। 4 ਹਫ਼ਤਿਆਂ ਤੋਂ ਬਾਅਦ ਉਸ ਦਾ ਜਹਾਜ਼ ਆਇਰਲੈਂਡ ਪਹੁੰਚਾ ਅਤੇ ਉਸ ਨੇ ਆਪਣੀ ਡਾਇਰੀ ਵਿੱਚ ਇਹ ਲਿਖਿਆ ਸੀ ਕਿ 21 ਮਾਰਚ 1748 ਦੇ ਦਿਨ ਉਸ ਦੀ ਸਮੁੰਦਰੀ ਤੂਫਾਨੀ ਯਾਤਰਾ ਵਿੱਚ ਤੂਫਾਨ ਦੇ ਨਾਲ ਘਿਰਿਆ ਹੋਵੇ ਵਕਤ ਉਸ ਨੇ ਆਪਣੇ ਦਿਲ ਮਸੀਹ ਨੂੰ ਦੇ ਦਿੱਤਾ ਸੀ ਅਤੇ ਉਹ ਇੱਕ ਮਸੀਹ ਹੋ ਗਿਆ ਸੀ। ਉਸ ਦੇ ਇਸ ਬਾਰੇ ਕਹੇ ਹੋਏ ਸ਼ਬਦ ਇਹ ਸਨ ਕਿ ਮੈਨੂੰ ਇੱਕ ਸਰਬਸ਼ਕਤੀਮਾਨ ਮੁਕਤੀਦਾਤਾ ਦੀ ਲੋੜ ਸੀ ਅਤੇ ਮੈਂ ਉਸ ਨੂੰ ਨਵੇਂ ਨੇਮ ਵਿੱਚ ਪਾਇਆ ਸੀ। ਉਸ ਪਲ ਤੋਂ ਬਾਅਦ ਜੌਨ ਨਿਊਟਨ ਇੱਕ ਬਦਲ ਚੁੱਕਾ ਮਨੁੱਖ ਸੀ। 80 ਸਾਲ ਦੀ ਉਮਰ ਵਿੱਚ ਉਸ ਦੇ ਮਨ ਫਿਰਾਉ ਤੋਂ ਠੀਕ 57 ਸਾਲ ਬਾਅਦ 21 ਮਾਰਚ 1805 ਈਸਵੀ ਨੂੰ ਜਦੋਂ ਉਹ ਲਗਭਗ ਅੰਨਾ ਹੋ ਚੁੱਕਾ ਸੀ, ਉਸ ਨੇ ਆਪਣੀ ਡਾਇਰੀ ਵਿੱਚ ਆਖਰੀ ਸ਼ਬਦ ਇਹ ਲਿਖੇ ਸਨ, ਹੁਣ ਮੈਂ ਪੂਰੀ ਤਰ੍ਹਾਂ ਲਿਖ ਨਹੀਂ ਸਕਦਾ ਪਰ ਮੈਂ ਬੜੀ ਦੀਨਤਾ ਪ੍ਰਾਰਥਨਾ ਅਤੇ ਉਤਸ਼ਾਹਿਤ ਕਰਦਾ ਹੋਇਆ ਇਸ ਵੀ ਦਿਨ ਆਨੰਦ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਆਪਣੇ ਮਨ ਫਿਰਾਉਣ ਤੋਂ ਅੱਧੀ ਸਦੀ ਬਾਅਦ ਜੌਨ ਨਿਊਟਨ ਅਜੇ ਵੀ ਉਸ ਹੈਰਾਨਕੁੰਨ ਕਿਰਪਾ ਦਾ ਜਸ਼ਨ ਮਨਾ ਰਿਹਾ ਸੀ ਜਿਸ ਨੇ ਉਸ ਦੇ ਜੀਵਨ ਨੂੰ ਬਦਲਿਆ ਸੀ। ਇਹ ਸਭ ਇੱਕ ਗੁਲਾਮ ਨਾਲ ਭਰੇ ਸਮੁੰਦਰੀ ਜਹਾਜ਼ ਉੱਤੇ ਪਲ ਭਰ ਵਿੱਚ ਵਰਪਿਆ ਸੀ ਅਤੇ ਇਸ ਨੇ ਇਸ ਮਨੁੱਖ ਨੂੰ ਬੁਰੀ ਤਰ੍ਹਾਂ ਬਦਲ ਦਿੱਤਾ ਸੀ। ਜੌਨ ਨਿਊਟਨ ਦੇ ਮਨ ਫਿਰਾਉਣ ਦੀ ਲਿਖਤ ਪੌਲੁਸ ਰਸੂਲ ਦੇ ਮਨ ਫਿਰਾਉਣ ਨਾਲ ਬਹੁਤ ਮਿਲਦੀ ਜੁਲਦੀ ਹੈ। ਅਸਲ ਵਿੱਚ ਕਈ ਮੌਕਿਆਂ ਤੇ ਜੌਨ ਨਿਊਟਨ ਪੌਲੁਸ ਦੀ ਮੁਕਤੀ ਬਾਰੇ
ਪੜ੍ਹਨ ਵਿੱਚ ਬਹੁਤ ਹੀ ਆਨੰਦਿਤ ਹੁੰਦਾ ਸੀ, ਕਿਉਂਕਿ ਉਸ ਨੇ ਇਹ ਮਹਿਸੂਸ ਕੀਤਾ ਸੀ ਕਿ ਪੌਲੁਸ ਉਸ ਨਾਲ ਬਹੁਤ ਮਿਲਦਾ ਜੁਲਦਾ ਸੀ। ਜਿੱਥੋਂ ਤੱਕ ਲੂਕਾ ਦਾ ਸੰਬੰਧ ਹੈ, ਜਿਸ ਨੇ ਸਾਡੇ ਵਾਸਤੇ ਰਸੂਲਾਂ ਦੇ ਕਰਤੱਬ ਦੀ ਕਿਤਾਬ ਨੂੰ ਲਿਖਿਆ ਸੀ, ਪੌਲੁਸ ਦਾ ਮਨ ਫਿਰੌਨ ਦਾ ਇੱਕੋ ਹੀ ਇੱਕ ਆਰੰਭਿਕ ਕਲੀਸਿਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਵਿਆਕਤ ਸੀ। ਅਸੀਂ ਇਸ ਸਭ ਕਿਵੇਂ ਜਾਣਦੇ ਹਾਂ? ਇਹ ਪਹਿਲਾਂ ਮੈਂ ਇਸ ਬਾਰੇ ਆਪ ਨੂੰ ਕੁਝ ਜਾਣਕਾਰੀ ਦਵਾਂਗਾ। ਪੌਲੁਸ ਦੇ ਮਨ ਫਿਰੌਨ ਬਾਰੇ ਸਾਨੂੰ ਰਸੂਲਾਂ ਦੇ ਕਰਤੱਬ ਦੀ ਪੁਸਤਕ ਵਿੱਚ 3 ਭਿੰਨ ਮੌਕਿਆਂ ਉੱਤੇ ਲਿਖਿਆ ਗਿਆ ਹੈ। 9 ਐਤ ਵਿੱਚ ਉਸ ਦੇ ਮਨ ਫਿਰੌਨ ਦੀ ਲਿਖਤ ਮਸੀਹ ਪਾਠਕਾਂ ਵਾਸਤੇ ਹੈ। ਇਸ ਤੋਂ ਬਾਅਦ ਪੌਲੁਸ ਇਸ ਲਿਖਤ ਦਾ ਜ਼ਿਕਰ ਇੱਕ ਯਹੂਦੀ ਭੀੜ ਦੇ ਸਾਹਮਣੇ ਕਰਦਾ ਹੈ ਅਤੇ ਫਿਰ ਆਖਰ ਵਿੱਚ ਰਸੂਲਾਂ ਦੇ ਕਰਤੱਬ ਦੀ ਪੁਸਤਕ ਦੇ 26 ਅਧਿਆਇ ਵਿੱਚ ਉਹ ਆਪਣੇ ਮਨ ਫਿਰੌਨ ਦੀ ਗਵਾਹੀ ਦੁਆਰਾ ਫਿਰ ਇੱਕ ਰੋਮੀ ਸ਼ਾਸਕ ਦੇ ਟੋਲੇ ਦੇ ਅੱਗੇ ਦਿੰਦਾ ਹੈ। ਅਸਲ ਵਿੱਚ ਨਵੇਂ ਨੇਮ ਵਿੱਚ ਪੌਲੁਸ ਦੇ ਮਨ ਫਿਰੌਨ ਬਾਰੇ ਜਾਣਕਾਰੀ ਪ੍ਰਭੂ ਯਿਸੂ ਮਸੀਹ ਦੀ ਮੌਤ, ਦਫਨਾਉਣ ਅਤੇ ਦੁਬਾਰਾ ਜੀ ਉੱਠਣ ਤੋਂ ਇਲਾਵਾ ਹੋਰ ਕਿਸੇ ਵੀ ਘਟਨਾ ਨਾਲ ਵੱਧ ਕੇ ਲਿਖੀ ਗਈ ਹੈ। ਜੀ ਹਾਂ, ਪੌਲੁਸ ਦਾ ਮਨ ਫਿਰੌਨ ਦਾ ਨਵੇਂ ਨੇਮ ਦੀਆਂ ਸਭ ਤੋਂ ਵੱਧ ਮਹੱਤਵਪੂਰਨ ਘਟਨਾਵਾਂ ਵਿੱਚ ਇੱਕ ਸੀ। ਹੋ ਸਕਦਾ ਹੈ ਕਿ ਆਪ ਇਹ ਪੁੱਛੋ ਕਿ ਉਸ ਦਾ ਮਨ ਫਿਰੌਨ ਕਿਸੇ ਹੋਰ ਨਾਲੋਂ ਕਿਉਂ ਭਿੰਨ ਸੀ। ਜੀ ਹਾਂ, ਆਪ ਜਰਾ ਆਪਣੀ ਬਾਈਬਲ ਉੱਤੇ ਨਜ਼ਰ ਮਾਰੋ ਅਤੇ ਜੇਕਰ ਆਪ ਨਵੇਂ ਨੇਮ ਬਾਰੇ ਗੌਰ ਕਰੋ ਤਦ ਆਪ ਜਾਣ ਲਵੋਗੇ ਕਿ ਇਸ ਦਾ ਅੱਧਾ ਭਾਗ ਜਿਸ ਲੇਖਕ ਨੇ ਲਿਖਿਆ ਸੀ ਉਹ ਹੀ ਪੌਲੁਸ ਰਸੂਲ ਸੀ, ਜਿਸ ਦੇ ਮਨ ਫਿਰੌਨ ਬਾਰੇ ਅਸੀਂ ਗੌਰ ਕਰਨ ਜਾ ਰਹੇ ਹਾਂ। ਯਿਸੂ ਮਸੀਹ ਤੋਂ ਇਲਾਵਾ ਇਹੋ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਮਨੁੱਖ ਹੋਇਆ ਹੈ ਜੋ ਕਦੇ ਵੀ ਜੀਆ ਹੋਵੇ। ਉਹ ਆਰੰਭਿਕ ਕਲੀਸਿਆ ਦੀ ਉਸਾਰੀ ਕਰਨ ਵਾਲਾ ਨਹੀਂ, ਉਹ ਪਹਿਲਾ ਮਿਸ਼ਨਰੀ ਸੀ। ਉਸ ਨੇ ਹੋਰ ਕਿਸੇ ਵੀ ਮਨੁੱਖ ਨਾਲੋਂ ਵੱਧ ਕੇ ਆਪਣੇ ਅਤੇ ਸਾਡੇ ਇਸ ਜਗਤ ਉੱਤੇ ਪ੍ਰਭਾਵ ਪਾਇਆ ਸੀ। ਉਹ ਇੱਕ ਇਹੋ ਜਿਹਾ ਮਨੁੱਖ ਹੈ ਜਿਸ ਦਾ ਨਾਂ ਹਰੇਕ ਵਿਦਿਆਰਥੀ ਅਤੇ ਪ੍ਰਚਾਰਕ ਅਧਿਐਨ ਕਰਦਾ ਹੈ। ਉਸ ਨੇ ਸਾਡੇ ਵਾਸਤੇ ਸਭ ਤੋਂ ਵੱਧ ਸਪਸ਼ਟ ਮੁਕਤੀ ਨਾਲ ਸੰਬੰਧਿਤ ਸਿੱਖਿਆ ਨੂੰ ਰੋਮੀਓ ਦੀ ਪੱਤਰੀ ਵਿੱਚ ਪੇਸ਼ ਕੀਤਾ ਹੈ, ਜਦੋਂ ਕਦੇ ਵੀ ਇਹ ਲਿਖੀ ਗਈ ਹੋਵੇ ਕਿ ਕਦੇ ਆਪ ਨੇ ਕਿਸੇ ਨੂੰ ਘੋੜੇ ਦੀ ਸਵਾਰੀ ਕਰਦਿਆਂ ਹੇਠਾਂ ਡੇਗ ਕੇ ਮਨ ਫਿਰਾਉਂਦੇ ਸੁਣਿਆ ਹੈ? ਜੀ ਹਾਂ, ਇਹ ਤਾਂ ਸੁਭਾਵਿਕ ਹੀ ਜਾਪਦਾ ਹੈ। ਅਸਲ ਵਿੱਚ ਸਰਵਸ਼ਕਤੀਮਾਨ ਪਰਮੇਸ਼ਰ ਜੋ ਚਾਹੇ ਕਰ ਸਕਦਾ ਹੈ। ਪਰਮੇਸ਼ਰ ਦੀ ਮੁਕਤੀ ਦਾ ਸੰਦੇਸ਼ ਤਾਂ ਪੂਰੀ ਤਰ੍ਹਾਂ ਇਹੋ ਹੀ ਹੈ, ਪਰ ਉਹ ਤਰੀਕਾ ਜਿਸ ਨਾਲ ਉਹ ਸਾਨੂੰ ਉਸ ਖੁਸ਼ਖਬਰੀ ਦੇ ਕੋਲ ਲਿਆਉਂਦਾ ਹੈ, ਇਹ ਬਹੁਤ ਹੀ ਭਿੰਨ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਪੌਲੁਸ ਨੂੰ ਇੱਕ ਸ਼ਿਕਾਰੀ ਵਜੋਂ ਵੇਖਦੇ ਹਾਂ, ਕਿਉਂਕਿ ਪੌਲੁਸ ਮਸੀਹ ਦੀ ਭਾਲ ਨਹੀਂ ਸੀ ਕਰ ਰਿਹਾ। ਉਹ ਤਾਂ ਮਸੀਹ ਦੇ ਪਿੱਛੇ ਚੱਲਣ ਵਾਲਿਆਂ ਨੂੰ ਸਤਾਉਣ ਲਈ ਉਹਨਾਂ ਨੂੰ ਭਾਲਦਾ ਫਿਰਦਾ ਸੀ। ਰਸੂਲਾਂ ਦੇ ਕਰਤੱਬ ਦੀ ਪੁਸਤਕ ਦੇ 9ਵੇਂ ਅਧਿਆਇ ਦੇ ਆਰੰਭ ਵਿੱਚ ਉਸ ਬਾਰੇ ਪਹਿਲੀਆਂ 2 ਐਤਾਂ ਵਿੱਚ ਲਿਖਿਆ ਹੈ, ਪਰ ਪੌਲੁਸ ਅਜੇ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ ਸਰਦਾਰ ਜੱਜ ਕੋਲ ਗਿਆ ਅਤੇ ਉਸ ਕੋਲ ਦਮਸ਼ਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ, ਭਾਈ ਜੋ ਇਸ ਪੰਥ ਦੇ ਮੈਨੂੰ ਮਿਲਣ ਵਾਲੇ ਭਾਵੇਂ ਮਨੁੱਖ ਭਾਵੇਂ ਤੀਵੀਆਂ, ਉਹਨਾਂ ਨੂੰ ਬੰਦੇ ਹੋਏ ਯਰੂਸ਼ਲਮ ਵਿੱਚ ਲਿਆਵਾਂ। ਆਪ ਨੂੰ ਇਹ ਸਮਝਣਾ ਪੈਣਾ ਹੈ ਕਿ ਉਹ ਸਭ ਠੀਕ ਕਰ ਰਿਹਾ ਸੀ। ਉਹ ਇਸ ਗੈਰਤ ਰੱਖਣ ਵਾਲਾ ਫਰੀਸੀ ਸੀ, ਇਬਰਾਨੀਆਂ ਦਾ ਇਬਰਾਨੀ, ਅਤੇ ਉਹ ਮਸੀਹਤ ਨੂੰ ਇੱਕ ਗਲਤ ਵੱਡੀ ਨਾਸਤਿਕਤਾ ਵਿੱਚ ਤੱਕਦਾ ਸੀ। ਉਸ ਨੇ ਮਸੀਹਤ ਨੂੰ 2 ਨਾਮਾਂ ਨਿਸ਼ਾਨ ਮਿਟਾਉਣ ਆਪਣਾ ਫਰਜ਼ ਸਮਝਿਆ ਸੀ ਅਤੇ ਇਸ ਤਰ੍ਹਾਂ ਉਹ ਕਲੀਸਿਆ ਦਾ ਇੱਕ ਅਣਖੀ ਸਤਾਉਣ ਵਾਲਾ ਬਣ ਗਿਆ ਸੀ। ਆਪ ਨੂੰ ਯਾਦ ਹੋਵੇਗਾ ਜਦੋਂ ਕਲੀਸਿਆ ਦੇ ਪਹਿਲੇ ਸ਼ਹੀਦ ਸਤਿਫਨਸ ਨੂੰ ਮਾਰਨ ਲਈ ਪਥਰਾਓ ਕੀਤਾ ਜਾ ਰਿਹਾ ਸੀ, ਤਦ ਪੌਲੁਸ ਖੁਦ ਉੱਥੇ ਮੌਜੂਦ ਸੀ। ਰਸੂਲਾਂ ਦੇ ਕਰਤੱਬ 7 ਅਧਿਆਇ 58 ਵਚਨ ਦੇ ਇਹ ਹਨ, ਗਵਾਹਾਂ ਨੇ ਆਪਣੇ ਬਸਤਰ ਸੁਲਾਸ ਨਾਮੇ ਇੱਕ ਜਵਾਨ ਦੇ ਪੈਰਾਂ ਕੋਲ ਲਾ ਕੇ ਰੱਖ ਦਿੱਤੇ। ਇਹੋ ਹੀ ਨਹੀਂ, 7 ਅਧਿਆਇ 60 ਵਚਨ ਹਨ ਕਿ ਸਾਲੂਸ ਉਹਦੇ ਮਾਰ ਦੇਣ ਉੱਤੇ ਰਾਜੀ ਸੀ। ਇਸ ਤੋਂ ਬਾਅਦ 8 ਔਰ 3 ਦੇ ਵਚਨ ਹਨ, ਪਰ ਪੌਲੁਸ ਕਲੀਸਿਆ ਦੇ ਨਾਮ ਕਰਦਾ ਸੀ ਅਤੇ ਘਰਾਂ ਵਿੱਚ ਵੜ ਕੇ ਮਾਰਦਾ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪਾਉਂਦਾ ਸੀ। 9 ਦੇ 1 ਵਚਨ ਹਨ ਕਿ ਪਰ ਸਾਲੂਸ ਅਜੇ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ ਸਰਦਾਰ ਜੱਜ ਕੋਲ ਗਿਆ। ਉਹ ਪ੍ਰਭੂ ਯਿਸੂ ਮਸੀਹ ਜੀ ਦੀ ਖੁਸ਼ਖਬਰੀ ਨੂੰ ਦਬਾਉਣ ਲਈ ਸਭ ਕੁਝ ਕਰ ਰਿਹਾ ਸੀ। ਕਿਰਪਾ ਕਰਕੇ ਹੁਣ ਮੇਰੀ ਗੱਲਬਾਤ ਸੁਣਨਾ। ਉਹ ਦਮਸ਼ਕ ਨੂੰ ਜਾਂਦਿਆਂ ਉਸ ਨੂੰ ਮਿਲਣ ਲਈ ਬਾਲਾ ਸੀ ਜਿਸ ਨੂੰ ਉਹ ਸਤਾਉਂਦਾ ਆ ਰਿਹਾ ਸੀ, ਪਰ ਆਪ ਨੂੰ ਕੋਈ ਗਲਤ ਫਰੀਸੀ ਨਹੀਂ ਅਖਾਵੇਗਾ। ਉਹ ਚਾਹੁੰਦਾ ਹੋਇਆ ਨਹੀਂ ਆ ਰਿਹਾ ਸੀ। ਉਹ ਇਸ ਕਰਕੇ ਯਿਸੂ ਕੋਲ ਨਹੀਂ ਆ ਰਿਹਾ ਸੀ ਕਿਉਂਕਿ ਉਸ ਨੂੰ
ਪਾਲ ਰਿਹਾ ਸੀ। ਜੇਕਰ ਆਪ ਰਸੂਲਾਂ ਦੇ ਕਰਤੱਵ ਨਾਂ ਦੀ ਪੁਸਤਕ ਨੂੰ ਪੜ੍ਹੋ ਤਦ ਆਪ ਜਾਣੋਗੇ ਕਿ ਉਹ ਇਹ ਸਭ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਉਸ ਤੋਂ ਪਹਿਲਾਂ ਹੋਰ ਕਿਸੇ ਵੀ ਅਜਿਹਾ ਨਹੀਂ ਸੀ ਕੀਤਾ। ਉਹ ਸਤੌ ਦੇ ਕਰਕੇ ਯਰੂਸ਼ਲਮ ਛੱਡ ਕੇ ਦਮਸ਼ਕ ਨੂੰ ਗਏ। ਮਸੀਹਾਂ ਨੂੰ ਜੇਲ੍ਹਾਂ ਵਿੱਚ ਪਕੜ ਕੇ ਪਾਉਣ ਦੀ ਇਜਾਜ਼ਤ ਦੀਆਂ ਚਿੱਠੀਆਂ ਮਹਾਜਾਜਕ ਕੋਲ ਲੈ ਕੇ ਗਿਆ ਸੀ। ਉਹ ਮਹਾਜਾਜਕ ਫਿਲਿਸਤੀਨੀ ਤੋਂ ਬਾਅਦ ਅਤੇ ਅੰਦਰ ਦੇ ਯਹੂਦੀਆਂ ਉੱਤੇ ਨਿਰਭਰਤਾ ਰੱਖਦਾ ਸੀ ਅਤੇ ਉਸ ਨੇ ਇਸ ਇਜਾਜ਼ਤ ਦੀਆਂ ਚਿੱਠੀਆਂ ਲੈ ਲਈਆਂ ਸਨ। ਆਪਣੀ ਜ਼ਿੰਦਗੀ ਦੇ ਵਾਅਦੇ ਦੇ ਦਿਨਾਂ ਵਿੱਚ ਪੌਲੁਸ ਰਸੂਲ ਦੇ ਕਰਤੱਵ 22 ਦੇ 4-5 ਵਚਨ ਵਿੱਚ ਆਖਦਾ ਹੈ, ਔਰ ਮੈਂ ਪੁਰਖਾਂ ਅਤੇ ਤੀਵਿਆਂ ਨੂੰ ਬੰਨ ਕੇ ਔਰ ਘਰਾਂ ਵਿੱਚੋਂ ਕੱਢ ਕੇ ਕੈਦ ਵਿੱਚ ਪਵਾ ਸਿੱਟਿਆ। ਇਹਨਾਂ ਪੰਥ ਦੇ ਲੋਕਾਂ ਨੂੰ ਮੌਤ ਤੱਕ ਸਤਾਇਆ। ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲ ਮੈਂ ਭਾਈਆਂ ਦੇ ਨਾਂ ਚਿੱਠੀਆਂ ਵੀ ਲੈ ਕੇ ਦਮਸ਼ਕ ਨੂੰ ਜਾਂਦਾ ਸੀ, ਭਾਈ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਵਾਂ, ਯਰੂਸ਼ਲਮ ਵਿੱਚ ਬੱਧੇ ਹੋ ਲਿਆਵਾਂ। ਇਹੋ ਹੀ ਪੌਲੁਸ ਹੈ, ਇਹੋ ਹੀ ਸਿਲਾਸ ਹੈ, ਇਹੋ ਹੀ ਜਿਸ ਨੇ ਨਵੇਂ ਨੇਮ ਦਾ ਇੱਕ ਵੱਡਾ ਭਾਗ ਲਿਖਿਆ ਸੀ। ਇਹੋ ਹੀ ਹੈ ਜੋ ਮਸੀਹ ਹੋਣ ਤੋਂ ਪਹਿਲਾਂ ਕਰ ਰਿਹਾ ਸੀ। ਇਹ ਤਾਂ ਜੌਨ ਨਿਊਟਨ ਤੋਂ ਵੀ ਵੱਧ ਕੇ ਮਸੀਹ ਦੇ ਚੇਲਿਆਂ ਨੂੰ ਮਾਰ ਰਿਹਾ ਸੀ। ਉਹ ਇੱਕ ਸ਼ਿਕਾਰੀ ਸੀ ਕਿ ਕਦੇ ਆਪ ਨੇ ਪੌਲੁਸ ਨਾਲੋਂ ਵੱਧ ਕੇ ਕਿਸੇ ਹੋਰ ਬਾਰੇ ਸੁਣਿਆ ਹੈ ਜੋ ਇਸ ਤਰ੍ਹਾਂ ਅਸਾਭਿਕ ਤਰੀਕੇ ਨਾਲ ਬਚਾਇਆ ਗਿਆ ਹੋਵੇ, ਜਿਸ ਬਾਰੇ ਆਪ ਨੇ ਆਪਣੇ ਦਿਲ ਵਿੱਚ ਸੋਚਿਆ ਹੋਵੇ ਕਿ ਇਹ ਵਿਅਕਤੀ ਤਾਂ ਕਦੇ ਵੀ ਕਿਸੇ ਵੀ ਤਰੀਕੇ ਮਸੀਹੀ ਹੋ ਹੀ ਨਹੀਂ ਸਕਦਾ। ਮੈਂ ਕੁਝ ਲੋਕਾਂ ਬਾਰੇ ਇਸ ਤਰ੍ਹਾਂ ਸੋਚ ਸਕਦਾ ਹਾਂ, ਪਰ ਮੈਂ ਉਹਨਾਂ ਦੇ ਨਾਮਾਂ ਦਾ ਜ਼ਿਕਰ ਨਹੀਂ ਕਰਾਂਗਾ। ਜੀ ਹਾਂ, ਜੇਕਰ ਆਪ ਨੇ ਪੌਲੁਸ ਬਾਰੇ ਉਸ ਦੇ ਮਸੀਹ ਹੋਣ ਤੋਂ ਪਹਿਲਾਂ ਸੁਣਿਆ ਹੁੰਦਾ ਤਦ ਆਪ ਨੇ ਉਸ ਬਾਰੇ ਇਹੋ ਹੀ ਆਖਣਾ ਸੀ। ਉਸ ਦੇ ਮਨ ਫਿਰੌਤ ਤੋਂ ਬਾਅਦ ਜਦੋਂ ਬਰਨਾਬਾਸ ਨੇ ਉਸ ਦੀ ਜਾਣ ਪਛਾਣ ਆਰੰਭ ਕਲੀਸਿਆ ਦੇ ਮਸੀਹਾਂ ਨਾਲ ਕਰਾਉਣੀ ਚਾਹੀ ਸੀ, ਉਹਨਾਂ ਵਿੱਚ ਕਿਸੇ ਨੇ ਵੀ ਉਸ ਨਾਲ ਕੁਝ ਵੀ ਲੈਣ ਦੇਣਾ ਨਹੀਂ ਰੱਖਿਆ ਸੀ। ਉਹ ਉਸ ਬਾਰੇ ਸੁਣਨਾ ਨਹੀਂ ਚਾਹੁੰਦੇ ਸਨ। ਉਸ ਨੇ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤਾਂ ਕਿ ਉਹ ਬਚਾਇਆ ਜਾ ਸਕਦਾ ਸੀ। ਦੂਸਰੀ ਗੱਲ, ਅਸੀਂ ਪੌਲੁਸ ਨੂੰ ਸ਼ਿਕਾਰ ਹੁੰਦਿਆਂ ਵੇਖਦੇ ਹਾਂ। ਰਸੂਲ ਦੇ ਕਰਤੱਵ 9 ਦੇ 3 ਦੇ ਵਚਨ ਹਨ, ਜਾਂ ਉਹ ਚਲਿਆ ਜਾਂਦਾ ਸੀ ਤਾਂ ਇਉਂ ਹੋਇਆ ਜੋ ਦਮਸ਼ਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚੁਫੇਰੇ ਚਮਕੀ। ਅਸੀਂ ਵੇਖਦੇ ਹਾਂ ਹੁਣ ਉਹਦਾ ਸਾਹਮਣਾ ਯਿਸੂ ਮਸੀਹ ਦੇ ਤੇਜਪੂਰਕ ਮਹਿਮਾ ਨਾਲ ਹੁੰਦਾ ਹੈ। ਰਸੂਲਾਂ ਦੇ ਕਰਤੱਵ ਦੀ ਪੁਸਤਕ ਦੀਆਂ ਦੂਸਰੀਆਂ ਲਿਖਤਾਂ ਜੋ ਪੌਲੁਸ ਦੇ ਮਨ ਫਿਰੌਤ ਦਾ ਵਰਣਨ ਕਰਦੀਆਂ ਹਨ ਔਰ ਹੋਰ ਵਧੇਰੇ ਜਾਣਕਾਰੀ ਦਿੰਦੀਆਂ ਹਨ। ਇਹ ਸਭ ਇਸ ਤਰ੍ਹਾਂ ਵਾਪਰਿਆ ਸੀ। ਪੌਲੁਸ ਦਾ ਯਿਸੂ ਨਾਲ ਇਹ ਸਾਹਮਣਾ ਦੁਪਹਿਰ ਦੇ ਵਕਤ ਹੋਇਆ ਸੀ। ਇਹ ਕੁਦਰਤੀ ਨਾ ਹੋ ਕੇ ਅਲੌਕਿਕ ਸੀ। ਰਸੂਲਾਂ ਦੇ ਕਰਤੱਵ 26 ਦੇ 13 ਵਚਨ ਵਿੱਚ ਪੌਲੁਸ ਆਖਦਾ ਸੀ, ਦੁਪਹਿਰ ਦੇ ਵੇਲੇ ਰਾਹ ਵਿੱਚ ਆਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਬਹੁਤ ਉਜਲੀ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫੇਰੇ ਚਮਕਦੀ ਵੇਖੀ। ਉਸ ਦੇ ਸਾਥੀਆਂ ਨੇ ਸਾਲੂਸ ਦੀ ਤਰ੍ਹਾਂ ਪ੍ਰਭੂ ਦੀ ਆਵਾਜ਼ ਤਾਂ ਸੁਣੀ ਸੀ, ਪਰ ਉਹਨਾਂ ਨੇ ਉਹਨੂੰ ਆਖੇ ਹੋਏ ਸ਼ਬਦ ਸਮਝੇ ਨਹੀਂ ਸਨ। ਰਸੂਲਾਂ ਦੇ ਕਰਤੱਵ 22 ਦੇ 9 ਦੇ ਵਚਨ ਹਨ, ਅਤੇ ਉਹਨਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹਦੀ ਆਵਾਜ਼ ਜੋ ਮੇਰੇ ਸੰਗ ਬੋਲਦੀ ਸੀ ਨਾ ਸੁਣੀ। ਬਾਈਬਲ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਪੌਲੁਸ ਦਾ ਇਹ ਸਾਹਮਣਾ ਕਿਸੇ ਪ੍ਰਚਾਰਕ, ਸਵਰਗਦੂਤ ਜਾਂ ਪ੍ਰਭੂ ਦੇ ਕਿਸੇ ਪ੍ਰਸਿੱਧੀਆਂ ਨਾਲ ਨਹੀਂ, ਬਲਕਿ ਖੁਦ ਪ੍ਰਭੂ ਨਾਲ ਹੋਇਆ ਸੀ। ਕੁਝ ਆਪ ਨੇ ਇਹ ਕੋਈ ਅਸਲ ਅਨੁਭਵ ਨਹੀਂ ਸੀ ਜਾਪਦੇ। ਰੇਗਿਸਤਾਨ ਵਿੱਚ ਕਾਫੀ ਲੰਬਾ ਸਮਾਂ ਸਫ਼ਰ ਕਰਨ ਤੋਂ ਬਾਅਦ ਉਸ ਨੇ ਸਿਰਫ ਇਸ ਦੀ ਕਲਪਨਾ ਕੀਤੀ ਸੀ, ਪਰ ਲੂਕਾ ਅਤੇ ਪੌਲੁਸ ਦੋਵੇਂ ਸਾਨੂੰ ਇਸ ਅਨੁਭਵ ਨੂੰ ਬਿਨਾਂ ਦੱਸੇ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਇਹੋ ਹੀ ਇੱਕ ਮਹਾਨ ਕਾਰਨ ਹੈ ਜਿਸ ਕਰਕੇ ਪੌਲੁਸ ਯਿਸੂ ਮਸੀਹ ਦਾ ਇੱਕ ਰਸੂਲ ਹੋਣ ਵਜੋਂ ਯੋਗਤਾ ਪਾ ਸਕਿਆ, ਕਿਉਂਕਿ ਉਸ ਨੇ ਪ੍ਰਭੂ ਨੂੰ ਖੁਦ ਵੇਖਿਆ ਸੀ। ਇਸ ਦਮਸ਼ਕ ਨੂੰ ਜਾਣ ਦੇ ਅਨੁਭਵ ਤੋਂ ਪਹਿਲਾਂ ਯਿਸੂ ਜੀ ਪਹਿਲਾਂ ਹੀ ਸਵਰਗ ਨੂੰ ਵਾਪਸ ਜਾ ਚੁੱਕੇ ਸਨ, ਪਰ ਉਹ ਸਵਰਗ ਤੋਂ ਵਾਪਸ ਆਏ ਅਤੇ ਉਸ ਦਿਨ ਪੌਲੁਸ ਦਾ ਟਾਕਰਾ ਕੀਤਾ। ਅਸਲ ਵਿੱਚ ਜਦੋਂ ਪੌਲੁਸ ਕੁਰਿੰਥੀਆਂ ਨੂੰ ਲਿਖ ਰਿਹਾ ਸੀ ਤਦ ਉਸ ਨੇ ਆਖਿਆ ਸੀ ਕਿ ਉਹ ਇੱਕ ਰਸੂਲ ਹੀ ਹੈ। ਪਹਿਲੀ ਕੁਰਿੰਥੀਆਂ ਦੀ ਪੱਤਰੀ 9 ਦੇ 1 ਦੇ ਵਚਨ ਹਨ ਕਿ ਮੈਂ ਆਜ਼ਾਦ ਨਹੀਂ, ਕਿ ਮੈਂ ਰਸੂਲ ਨਹੀਂ, ਕਿ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ, ਕਿ ਤੁਸੀਂ ਪ੍ਰਭੂ ਵਿੱਚ ਮੇਰੇ ਕੰਮ ਨਹੀਂ। ਪੌਲੁਸ ਇੱਥੇ ਕੀ ਆਖ ਰਿਹਾ ਹੈ? ਤੁਸੀਂ ਕਿਵੇਂ ਜਾਣਦੇ ਹੋ ਕਿ ਮੈਂ ਇੱਕ ਰਸੂਲ ਹਾਂ? ਜੀ ਹਾਂ, ਮੈਂ ਇੱਕ ਰਸੂਲ ਹਾਂ ਕਿਉਂਕਿ ਮੈਂ ਯਿਸੂ ਨੂੰ ਵੇਖ ਚੁੱਕਾ ਹਾਂ। ਇੱਕ ਹੋਰ ਥਾਂ ਪਹਿਲੀ ਕੁਰਿੰਥੀਆਂ ਦੀ ਪੱਤਰੀ 15 ਦੇ 8 ਉਸ ਨੂੰ ਆਖਿਆ ਸੀ, ਸਭ ਤੋਂ ਪਿੱਛੋਂ ਮੈਨੂੰ ਵੀ ਦਰਸ਼ਨ ਦਿੱਤਾ ਜਿਵੇਂ ਇੱਕ ਅਧੂਰੇ ਜੰਮੇ ਨੂੰ। ਉਹ ਦੂਸਰੇ ਰਸੂਲਾਂ
ਦੇ ਇਸ ਧਰਤੀ ਉੱਤੇ ਹੋਣ ਵਕਤ ਉਹਨਾਂ ਦੇ ਨਾਲ ਨਹੀਂ ਸੀ। ਉਹ ਉਹਨਾਂ ਦੇ ਸਮੇਂ ਤੋਂ ਬਾਅਦ ਦਾ ਕੰਮ ਸੀ ਅਤੇ ਯਿਸੂ ਜੀ ਹੇਠਾਂ ਆਏ ਅਤੇ ਦਮਸ਼ਕ ਨੂੰ ਜਾਂਦਿਆਂ ਪਾਲੂਸ ਨੂੰ ਮਿਲੇ ਸਨ ਅਤੇ ਉਸ ਨੇ ਇਸ ਰਸੂਲ ਹੋਣ ਦੀ ਯੋਗਤਾ ਪਾਈ ਸੀ। ਇਸ ਤਰ੍ਹਾਂ ਇਹ ਯਿਸੂ ਸੀ ਜੋ ਸਾਲੂਸ ਨੂੰ ਉੱਥੇ ਮਿਲਿਆ ਸੀ। ਇਸ ਤੋਂ ਬਾਅਦ ਅਸੀਂ ਸਾਲੂਸ ਦੇ ਨਾਇਕ ਹੋਣ ਬਾਰੇ ਗੌਰ ਕਰਦੇ ਹਾਂ। ਯਿਸੂ ਜੀ ਨੇ ਸਾਲੂਸ ਦਾ ਸਾਹਮਣਾ ਉਸ ਦੇ ਦਮਸ਼ਕ ਨੂੰ ਜਾਂਦਿਆਂ ਆਪਣੀ ਖੁਦ ਦੀ ਚਮਕੀਲੀ ਹਜ਼ੂਰੀ ਨਾਲ ਕੀਤਾ ਸੀ ਅਤੇ ਸਾਹਮਣੇ ਤੋਂ ਬਾਅਦ ਸਾਲੂਸ ਕਾਇਲ ਹੋ ਗਿਆ ਸੀ। 4 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ ਤਾਂ ਉਹ ਭਵੇਂ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਹਨੂੰ ਕਹਿੰਦੀ ਸੀ, ਹੇ ਸਾਲੂਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਸਾਲੂਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਪ੍ਰਭੂ ਸਾਲੂਸ ਨੂੰ 2 ਵਾਰ ਨਾਂ ਲੈ ਕੇ ਬੁਲਾਉਂਦਾ ਹੈ। ਬੱਚੇ ਇੱਕ ਵਾਰ ਬੁਲਾਏ ਜਾਣ ਨਹੀਂ ਸੁਣਦੇ, ਤਦ ਆਖੇ ਦੇ ਦੁਆਰਾ ਨਾਮ ਲੈ ਕੇ ਕਹਿਣਾ ਪੈਂਦਾ ਹੈ। ਪਹਿਲੀ ਇਹ ਉਸਨੇ ਜਾਣਿਆ ਸੀ ਕਿ ਯਿਸੂ ਜਿੰਦਾ ਹੈ। ਉਸ ਦੇ ਦੁਆਰਾ ਜੀ ਉੱਠਣ ਦੀ ਕਹਾਣੀ ਸਾਸੀ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਚੁੱਕਾ ਸੀ। ਹੁਣ ਪਾਲੂਸ ਨਿਸ਼ਚਿਤ ਤੌਰ ਤੇ ਇਹ ਜਾਣਦਾ ਹੈ, ਇਹ ਸੱਚ ਹੈ ਕਿਉਂਕਿ ਦੁਆਰਾ ਜੀ ਉੱਠੇ ਪ੍ਰਭੂ ਉਸ ਨਾਲ ਗੱਲਬਾਤ ਕਰ ਚੁੱਕਾ ਸੀ। ਆਮੀਨ। ਉਸ ਨੇ ਕੁਝ ਹੋਰ ਵੀ ਜਾਣਿਆ ਸੀ, ਭਾਵੇਂ ਅਸੀਂ ਇਹ ਅਕਸਰ ਭੁੱਲ ਜਾਂਦੇ ਹਾਂ। ਉਸ ਨੇ ਜਾਣਿਆ ਸੀ ਕਿ ਜਦੋਂ ਉਸ ਨੇ ਮਸੀਹਾਂ ਨੂੰ ਸਤਾਇਆ ਸੀ ਤਦ ਇਸ ਦਾ ਦਰਦ ਮਸੀਹ ਯਿਸੂ ਦੀ ਦੇਹ ਵਿੱਚ ਮਹਿਸੂਸ ਕੀਤਾ ਜਾਂਦਾ ਸੀ। ਉਸ ਨੇ ਜਾਣ ਲਿਆ ਸੀ ਕਿ ਜੋ ਕੁਝ ਉਸ ਨੇ ਮਸੀਹਾਂ ਨਾਲ ਕੀਤਾ ਸੀ ਇਹ ਸਭ ਉਹਦੇ ਉੱਪਰ ਹੋ ਰਿਹਾ ਸੀ। ਇਹ ਸਾਡੇ ਲਈ ਜੋ ਮਸੀਹ ਹਾਂ ਇੱਕ ਇਹੋ ਜਿਹੀ ਯਾਦ ਰੱਖਣ ਦੀ ਗੱਲ ਹੈ, ਜਦੋਂ ਅਸੀਂ ਦੂਸਰੇ ਮਸੀਹਾਂ ਨੂੰ ਸਤਾਉਂਦੇ ਹਾਂ ਤਦ ਇਸ ਦਾ ਦਰਦ ਸਾਡੇ ਪ੍ਰਭੂ ਯਿਸੂ ਨੂੰ ਮਿਲਦਾ ਹੈ। ਇਸ ਤੋਂ ਬਾਅਦ 5 ਐਤ ਵਿੱਚ ਅਸੀਂ ਉਸ ਦੇ ਮਨ ਫਿਰੋ ਬਾਰੇ ਇਸ ਤਰ੍ਹਾਂ ਪੜ੍ਹਦੇ ਹਾਂ। ਉਹਨੇ ਆਖਿਆ, ਪ੍ਰਭੂ ਜੀ ਤੂੰ ਕੌਣ ਹੈ? ਉਸ ਨੇ ਕਿਹਾ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਸਾਲੂਸ ਇਸ ਤੋਂ ਪਹਿਲਾਂ ਕਦੇ ਵੀ ਯਿਸੂ ਨੂੰ ਨਹੀਂ ਸੀ ਮਿਲਿਆ, ਪਰ ਉਸ ਨੇ ਉਸ ਦੇ ਚੇਲਿਆਂ ਨੂੰ ਸਤਾਉਣ ਦੇ ਦੁਆਰਾ ਯਿਸੂ ਨੂੰ ਸਤਾਇਆ ਸੀ। ਫਿਰ ਯਿਸੂ ਨੇ ਉਸ ਨੂੰ ਆਖਿਆ ਕਿ ਤੇਰੇ ਲਈ ਪੈਰਾਂ ਦੀ ਔਰ ਉੱਤੇ ਲੱਤ ਮਾਰਨੀ ਔਖੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਆਰ ਦੇ ਇਸਤੇਮਾਲ ਪਸ਼ੂਆਂ ਨੂੰ ਤੇਜ਼ ਤੋੜਨ ਲਈ ਜਾਂ ਫਿਰ ਕਿਸੇ ਪਿੰਦੀਆਂ ਵੱਲ ਲਿਜਾਣ ਲਈ ਰੋਕਣ ਲਈ ਕੀਤਾ ਜਾਂਦਾ ਹੈ। ਸਾਲੂਸ ਨੂੰ ਹੁਣ ਤੱਕ ਚੋਭ ਰਿਹਾ ਸੀ ਉਸ ਦੇ ਦਿਲ ਵਿੱਚ ਕੀ ਸੀ, ਉਹ ਕੀ ਸੀ ਜੋ ਉਸ ਨੂੰ ਇਸ ਪਲ ਤੱਕ ਪਹੁੰਚਾ ਰਿਹਾ ਸੀ। ਮੈਂ ਨਿੱਜੀ ਤੌਰ ਤੇ ਵਿਸ਼ਵਾਸ ਕਰਦਾ ਹਾਂ ਕਿ ਇਹਨਾਂ ਸਾਰੇ ਅਨੁਭਵਾਂ ਦੇ ਦੌਰਾਨ ਜੋ ਮਜੂਸ ਇਸ ਪਲ ਤੱਕ ਪਾਏ ਸਨ, ਉਸ ਦੇ ਦਿਲ ਦੇ ਅੰਦਰ ਕੁਝ ਨਾ ਕੁਝ ਲਗਾਤਾਰ ਹੋ ਰਿਹਾ ਸੀ। ਠੀਕ ਇਸ ਤਰ੍ਹਾਂ ਮੇਰੇ ਨਾਲ ਇੱਕ ਪਲ ਲਈ ਸੋਚੋ ਕਿ ਉਸ ਵਕਤ ਪਾਲੂਸ ਦੇ ਦਿਲ ਵਿੱਚ ਕੀ ਹੋ ਰਿਹਾ ਸੀ। ਉਹ ਦੂਸਰਿਆਂ ਦੇ ਨਾਲ ਖੜਾ ਸੀ ਜਦੋਂ ਸਤੀਫਨ ਨੂੰ ਮਾਰਿਆ ਜਾ ਰਿਹਾ ਸੀ। ਬਾਈਬਲ ਬਾਣੀ ਦੱਸਦੀ ਹੈ ਕਿ ਉਸ ਵਕਤ ਸਤੀਫਨ ਦਾ ਮੂੰਹ ਦੁੱਧ ਦੇ ਮੂੰਹ ਵਰਗਾ ਸੀ। ਇੱਕ ਲੇਖਕ ਇਸ ਬਾਰੇ ਲਿਖਦਾ ਹੈ ਕਿ ਉਸ ਲੰਬੀ ਯਾਤਰਾ ਦੇ ਦੌਰਾਨ ਯਰੂਸ਼ਲਮ ਤੋਂ ਦਮਸ਼ਕ ਨੂੰ ਜਾਂਦਿਆਂ ਪਾਲੂਸ ਇੱਕੋ ਇੱਕ ਗੱਲ ਜਿਸ ਬਾਰੇ ਸੋਚ ਸਕਿਆ ਸੀ ਉਹ ਸੀ ਸਤੀਫਨ। ਉਸ ਨੂੰ ਤਾਂ ਸਤੀਫਨ ਦੇ ਹੀ ਸੁਪਨੇ ਆ ਰਹੇ ਸਨ ਅਤੇ ਇਹ ਪਿਰਾਪ ਉਸ ਦੇ ਦਿਲ ਵਿੱਚ ਸੀ। ਉਹ ਕਾਇਲ ਕੀਤਾ ਗਿਆ ਸੀ ਅਤੇ ਯਿਸੂ ਨੇ ਆਖਿਆ, ਸਾਲੂਸ ਤੂੰ ਆਪਣੇ ਕਾਇਲ ਕੀਤੇ ਜਾਣ ਦਾ ਸਾਹਮਣਾ ਕਿਉਂ ਕਰ ਰਿਹਾ ਹੈ? ਜੋ ਕੁਝ ਤੇਰੇ ਅੰਦਰ ਹੋ ਰਿਹਾ ਹੈ ਤੂੰ ਉਸ ਦਾ ਸਾਹਮਣਾ ਕਿਉਂ ਕਰ ਰਿਹਾ ਹੈ? ਕਿ ਅੱਜ ਵੀ ਉਸ ਨੂੰ ਯਿਸੂ ਨੂੰ ਕਬੂਲ ਦਾ ਸੱਦਾ ਦਿੱਤਾ ਜਾਣਾ ਵਕਤ ਇਸ ਤਰ੍ਹਾਂ ਕਰਦੇ ਹਨ? ਉਹ ਤਾਂ ਕਾਇਲ ਹੋਵੇ। ਯਿਸੂ ਜੀ ਰਸੂਲ ਨੂੰ ਠੀਕ ਇਹੋ ਹੀ ਪੁੱਛ ਰਹੇ ਹਨ ਕਿ ਜੋ ਕੁਝ ਮੈਂ ਤੇਰੇ ਜੀਵਨ ਦੇ ਅੰਦਰ ਤੈਨੂੰ ਮੁਕਤੀ ਦਿਲਾਉਣ ਵਾਸਤੇ ਕਰ ਰਿਹਾ ਹਾਂ, ਤੂੰ ਉਸ ਦਾ ਸਾਹਮਣਾ ਕਿਉਂ ਕਰ ਰਿਹਾ ਹੈ? ਇਹ ਤਾਂ ਆਮਣੋ ਸਾਹਮਣੇ ਟਕਰਾ ਹੀ ਸੀ। ਕਿ ਆਪ ਜਾਣਦੇ ਹੋ ਕਿ ਜਦੋਂ ਇੱਕ ਵਿਅਕਤੀ ਬਚਾਇਆ ਜਾਂਦਾ ਹੈ ਤਦ ਠੀਕ ਇਹੋ ਹੀ ਤਰ੍ਹਾਂ ਵਰਤਦਾ ਹੈ। ਕਿ ਇਹ ਇਸੇ ਤਰ੍ਹਾਂ ਨਹੀਂ ਹੈ? ਅਸੀਂ ਕਿਸ ਨੂੰ ਮਿਲਦੇ ਹਾਂ? ਅਸੀਂ ਯਿਸੂ ਨੂੰ ਮਿਲਦੇ ਹਾਂ। ਕਿ ਆਪ ਯਿਸੂ ਨੂੰ ਮਿਲ ਚੁੱਕੇ ਹੋ? ਆਪ ਉਸ ਨੂੰ ਆਪਣੇ ਦਿਲ ਦੇ ਅੰਦਰ ਮਿਲਦੇ ਹੋ? ਆਪ ਉਸ ਨੂੰ ਉਦੋਂ ਮਿਲਦੇ ਹੋ ਜਦੋਂ ਆਪ ਪ੍ਰਾਰਥਨਾ ਕਰਦੇ ਹੋ? ਆਪ ਉਸ ਨੂੰ ਉਦੋਂ ਮਿਲਦੇ ਹੋ ਜਦੋਂ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਂਦਾ ਹੈ? ਇਹ ਕੋਈ ਸੁਭਾਵਿਕ ਘਟਨਾ ਨਹੀਂ ਹੈ। ਉਸ ਨੇ ਮਸੀਹ ਨੂੰ ਵੇਖਿਆ ਅਤੇ ਮਸੀਹ ਨੇ ਉਸ ਨੂੰ ਬਦਲ ਦਿੱਤਾ ਸੀ। ਧੰਨਵਾਦ ਦੋਸਤੋ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਅੱਜ ਅਸੀਂ ਕਿਰਪਾ ਦੇ ਬਾਰੇ ਅਧਿਐਨ ਕਰਦੇ ਹੋਏ ਸੌਲੂਸ ਦੇ ਮਨ ਫਿਰਾਵ ਬਾਰੇ ਗੌਰ ਕਰ ਰਹੇ ਸੀ। ਅਸੀਂ ਵੇਖਿਆ ਕਿ ਪੌਲੁਸ ਦਾ ਪਰਮੇਸ਼ਰ ਦੀ ਕਿਰਪਾ ਦੁਆਰਾ ਫੜਿਆ ਜਾਣਾ ਅਲੌਕਿਕ ਸੀ। ਉਸ ਨੂੰ ਪ੍ਰਭੂ ਯਿਸੂ ਮਸੀਹ ਦਾ ਦਰਸ਼ਨ ਪ੍ਰਾਪਤ ਹੋਇਆ ਔਰ ਉਸ ਦਾ ਜੀਵਨ ਬਦਲ ਗਿਆ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਿਆ ਕਿ ਪਰਮੇਸ਼ਰ ਦੀ ਕਿਰਪਾ ਸਾਨੂੰ ਸਾਡੀ ਹਕੀਕੀ ਜ਼ਿੰਦਗੀ ਦੇ ਨਾਲ ਜਾਣੂ ਕਰਵਾਉਂਦੀ ਹੈ। ਜਦੋਂ ਅਸੀਂ ਆਪਣੇ ਜੀਵਨ ਦੀ ਹਕੀਕਤ ਨੂੰ ਜਾਣ ਲੈਂਦੇ ਹਾਂ ਤਾਂ
ਇਹ ਸਾਨੂੰ ਮਨ ਫਿਰਾਉਣ ਦਾ ਮੌਕਾ ਦਿੰਦੀ ਹੈ ਤਾਂ ਕਿ ਅਸੀਂ ਬਚਾਏ ਜਾ ਸਕੀਏ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੁਆਰਾ ਪਵਿੱਤਰ ਕੀਤੇ ਜਾ ਸਕੀਏ, ਤਾਂ ਜੋ ਪਰਮੇਸ਼ਵਰ ਸਾਡੇ ਜੀਵਨ ਵਿੱਚ ਆਪਣੇ ਉਦੇਸ਼ ਨੂੰ ਪੂਰਾ ਕਰ ਸਕੇ। ਦੋਸਤੋ, ਜੇਕਰ ਅੱਜ ਪਰਮੇਸ਼ਵਰ ਦਾ ਵਚਨ ਤੁਹਾਡੇ ਜੀਵਨ ਵਿੱਚ ਗੱਲ ਕਰ ਰਿਹਾ ਤਾਂ ਆਪਣੇ ਜੀਵਨਾਂ ਨੂੰ ਕਠੋਰ ਨਾ ਕਰੋ, ਕਿਉਂਕਿ ਅੱਜ ਹੀ ਮੁਕਤੀ ਦਾ ਦਿਨ ਹੈ। ਇਸ ਲਈ ਆਓ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਆਓ ਅਤੇ ਉਸ ਦੀ ਕਿਰਪਾ ਨੂੰ ਪ੍ਰਾਪਤ ਕਰੋ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। तो बरकता सब लोग पावण के, उस तो बरकता सब लोग पावण ते कौमा होस्तियां धन्यवाद गावण, ते कौमा होस्तियां धन्यवाद गावण। खुदा पाक ना है शान वाला, सदा तीकर मुबारक हो रहेगा, सदा तीकर मुबारक हो रहेगा। सिताइश बाप बेटे पाक रूह दी, सिताइश बाप बेटे पाक रूह दी, सदा तो है सदा तीकर रहेगी सदा। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।